ਹੈਲੋ ਸਟੂਡੈਂਟਸ, ਅੱਜ ਜਿਹੜੀ ਕਹਾਣੀ ਦੇ ਕੁਐਸਚਨ ਆਨਸਰਸ ਆਪਾਂ ਕਰਨੇ ਆ। ਕਹਾਣੀ ਹੈ ਸਾਂਝੀ ਕੰਧ। ਸਾਂਝੀ ਕੰਧ ਤੋਂ ਕੀ ਭਾਵ ਹੈ? ਦੋ ਘਰਾਂ ਦੇ ਵਿਚਕਾਰ ਜਿਹੜੀ ਇੱਕੋ ਕੰਧ ਜਿਹੜੀ ਦੋ ਘਰਾਂ ਨੂੰ ਆਪਸ ਦੇ ਵਿੱਚ ਜੋੜਦੀ ਹੈ, ਉਹਨੂੰ ਅਸੀਂ ਸਾਂਝੀ ਕੰਧ ਕਹਿੰਦੇ ਹਾਂ। ਇਸ ਕਹਾਣੀ ਦੇ ਵਿੱਚ ਜਿਹੜੀ ਸਾਂਝੀ ਕੰਧ ਦੀ ਗੱਲ ਹੋ ਰਹੀ ਹੈ, ਉਹ ਕੰਧ ਹੈ ਇਹਦੇ ਵਿੱਚ ਦਰਬਾਰੇ ਤੇ ਕਪੂਰ ਸਿੰਘ ਦੀ ਖੱਬੀ ਕੰਧ ਦੀ, ਜਿਹੜੀ ਕਿ ਦੋਨਾਂ ਘਰਾਂ ਦੇ ਵਿਚਕਾਰ ਸਾਂਝੀ ਸੀ। ਇਸ ਕਰਕੇ ਜਿਹੜਾ ਆ ਇਹਦੇ ਵਿੱਚ ਕਹਾਣੀ ਦੇ ਵਿੱਚ ਜਿਹੜਾ ਮਸਲਾ ਲਿਆ ਗਿਆ ਹੈ ਨਾ, ਉਹ ਲਿਆ ਗਿਆ ਆ ਕਪੂਰ ਸਿੰਘ ਤੇ ਦਰਬਾਰੇ ਦੇ ਦੋਨਾਂ ਘਰਾਂ ਦੇ ਵਿਚਕਾਰ ਜਿਹੜੀ ਸਾਂਝੀ ਕੰਧ ਸੀ, ਖੱਬੇ ਪਾਸੇ ਵਾਲੀ ਕੰਧ, ਉਸ ਕੰਧ ਦਾ ਕੀ ਮਸਲਾ ਸੀ, ਉਸ ਬਾਰੇ ਜਿਹੜਾ ਆ ਇਸ ਕਹਾਣੀ ਦੇ ਵਿੱਚ ਵਿਚਾਰ ਚਰਚਾ ਕੀਤਾ ਗਿਆ ਆ। ਔਰ ਇਸ ਕਹਾਣੀ ਦੇ ਵਿੱਚ ਜਿਹੜਾ ਹੈ ਲੇਖਕ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ, ਦੋ ਚੀਜ਼ਾਂ ਦੇ ਉੱਪਰ ਚਾਨਣਾ ਪਾਇਆ ਗਿਆ ਆ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਓਪਰੀ ਚੱਕ ਹੈ ਨਾ, ਉਹ ਹਮੇਸ਼ਾ ਹੀ ਮਾੜੀ ਹੁੰਦੀ ਆ, ਕਿਉਂਕਿ ਓਪਰੀ ਚੱਕ ਜਿਹੜੀ ਹੈ ਉਹ ਰਿਸ਼ਤਿਆਂ ਨੂੰ ਵਿਗਾੜਦੀ ਹੈ, ਸਵਾਰਦੀ ਨਹੀਂ ਹੈ ਬਲਕਿ ਵਿਗਾੜਦੀ ਹੈ। ਔਰ ਦੂਸਰਾ ਇਹਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋੜ ਪੈਣ 'ਤੇ ਸਿਰਫ ਆਪਣੇ ਖੂਨ ਦੇ ਰਿਸ਼ਤੇ ਹੀ ਕੰਮ ਆਉਂਦੇ ਆ, ਓਪਰੀ ਚੱਕ ਜਿਹੜੀ ਹੈ ਉਹ ਕੰਮ ਨਹੀਂ ਆਉਂਦੀ, ਕਿਉਂਕਿ ਜਿਹੜੀ ਹੈ ਉਹ ਮੌਕਾ ਵੇਖ ਕੇ ਤੁਹਾਡੇ ਕੋਲੋਂ ਦੂਰ ਹੋ ਜਾਂਦੀ ਹੈ। ਸੋ ਜਦੋਂ ਤੁਹਾਨੂੰ ਲੋੜ ਆ, ਉਦੋਂ ਤੁਹਾਡੇ ਕਰੀਬੀ ਜਿਹੜੇ ਆ ਰਿਸ਼ਤੇ ਉਹੀ ਕੰਮ ਆਉਂਦੇ ਆ, ਜਿਹੜੇ ਸਵਾਰਥੀ ਰਿਸ਼ਤੇ ਆ ਉਹ ਹਮੇਸ਼ਾ ਤੁਹਾਡੇ ਤੋਂ ਦੂਰ ਭੱਜਦੇ ਆ। ਠੀਕ ਹੈ, ਸੋ ਇਹਦੇ ਵਿੱਚ ਜਿਹੜਾ ਹੈ ਲੇਖਕ ਨੇ ਕੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਇਸ ਕਹਾਣੀ ਦਾ ਮੁੱਖ ਵਿਸ਼ਾ ਸਾਡੇ ਸਾਹਮਣੇ ਇਹ ਬਿਆਨ ਕਰਦਾ ਹੈ ਕਿ ਭਰਾਵਾਂ ਦੇ ਰਿਸ਼ਤੇ ਵਿੱਚੋਂ ਕਦੀ ਵੀ ਅਪਣਤ ਦੀ ਭਾਵਨਾ ਖਤਮ ਨਹੀਂ ਹੁੰਦੀ। ਅਪਣਤ ਮਤਲਬ ਆਪਣਾਪਨ। ਜਿੰਨਾ ਮਰਜ਼ੀ ਲੜਾਈ ਝਗੜਾ ਹੋਵੇ, ਜੋ ਮਰਜ਼ੀ ਹੋਵੇ, ਪਰ ਭਰਾਵਾਂ ਦੇ ਰਿਸ਼ਤੇ ਵਿੱਚੋਂ ਕਦੇ ਵੀ ਅਪਣਤ ਦੀ ਭਾਵਨਾ ਖਤਮ ਨਹੀਂ ਹੁੰਦੀ। ਰਿਸ਼ਤਿਆਂ ਵਿੱਚ ਕਿੰਨਾ ਮਰਜ਼ੀ ਮਨਮਟਾਵ ਹੋਵੇ, ਮਨਮਟਾਵ ਮਤਲਬ ਲੜਾਈ ਝਗੜਾ ਜਿੰਨਾ ਮਰਜ਼ੀ ਹੋਵੇ, ਪਰ ਔਖੇ ਸਮੇਂ ਆਪਣੇ ਹੀ ਕੰਮ ਆਉਂਦੇ ਹਨ। ਭਾਵ ਭੱਜੀਆਂ ਬਾਹੀਂ ਹੀ ਗੱਲ ਨੂੰ ਆਉਂਦੀਆਂ ਨੇ। ਅਰਥਾਤ ਦੁੱਖ ਦੀ ਘੜੀ ਜਦੋਂ ਹੁੰਦੀ ਹੈ ਨਾ ਤੁਹਾਡੇ ਉੱਪਰ, ਤਾਂ ਉਸ ਸਮੇਂ ਜਿਹੜੇ ਹੈਗੇ ਆ ਬੇਗਾਨੇ ਨਹੀਂ ਬਲਕਿ ਆਪਣੇ ਜਿਹੜੇ ਹੁੰਦੇ ਆ ਨਾ, ਇਹ ਰਿਸ਼ਤੇ ਹੀ ਸਾਥ ਨਿਭਾਉਂਦੇ ਆ, ਕਿਉਂਕਿ ਖੂਨ ਦੇ ਰਿਸ਼ਤੇ ਸਵਾਰਥੀ ਨਹੀਂ ਹੁੰਦੇ। ਉਹਨਾਂ ਦੇ ਵਿੱਚ ਜਿਹੜੀ ਹੈ ਕਿਹੜੀ ਚੀਜ਼ ਦੇਖਣ ਨੂੰ ਮਿਲਦੀ ਹੈ ਸਾਨੂੰ ਬੇਟਾ? ਉਹਨਾਂ ਵਿੱਚ ਸਾਨੂੰ ਆਪਸੀ ਸਾਂਝ ਤੇ ਭਾਈਚਾਰਾ ਹਮੇਸ਼ਾ ਕਾਇਮ ਰਹਿੰਦਾ ਹੈ। ਠੀਕ ਹੈ, ਸੋ ਤੁਸੀਂ ਰਾਜੇ ਇਹਦੇ ਵਿੱਚ ਦੱਸਣਾ ਆ ਕਹਾਣੀ ਦੇ ਵਿੱਚ ਕਿ ਖੂਨ ਦੇ ਰਿਸ਼ਤੇ ਜਿਹੜੇ ਆ ਉਹ ਸਵਾਰਥੀ ਨਹੀਂ ਹੁੰਦੇ, ਉਹਨਾਂ ਵਿੱਚ ਹਮੇਸ਼ਾ ਅਪਣਤ ਦੀ ਭਾਵਨਾ ਰਹਿੰਦੀ ਹੈ, ਉਹਨਾਂ ਵਿੱਚ ਹਮੇਸ਼ਾ ਆਪਸੀ ਸਾਂਝ ਰਹਿੰਦੀ ਹੈ ਤੇ ਭਾਈਚਾਰਾ ਜਿਹੜਾ ਆ ਉਹ ਹਮੇਸ਼ਾ ਹੀ ਕਾਇਮ ਰਹਿੰਦਾ ਆ। ਜਿਸ ਤਰ੍ਹਾਂ ਤੁਸੀਂ ਥੋੜ੍ਹੀ ਜਿਹੀ ਐਗਜ਼ਾਮਪਲ ਦੇ ਸਕਦੇ ਆ ਕਿ ਜਿਹੜਾ ਸਰਪੰਚ ਸੀ, ਜਿਹੜਾ ਦਰਬਾਰੇ ਨੂੰ ਚੱਕ ਰਿਹਾ ਸੀ, ਉਸ ਨੇ ਔਖੇ ਸਮੇਂ ਦਰਬਾਰੇ ਦਾ ਸਾਥ ਨਹੀਂ ਦਿੱਤਾ, ਬਲਕਿ ਜਿਹੜਾ ਉਹਦਾ ਆਪਣਾ ਹੀ ਭਰਾ ਸੀ ਕਪੂਰ ਸਿੰਘ, ਜਿਹਨੂੰ ਦਰਬਾਰਾ ਖਪਾਉਂਦਾ ਰਿਹਾ, ਤੰਗ ਕਰਦਾ ਰਿਹਾ, ਅੰਤ ਉਸੇ ਰਿਸ਼ਤੇ ਨੇ ਹੀ ਸਾਥ ਨਿਭਾਇਆ, ਕਿਉਂਕਿ ਅਸਲ ਮਾਇਨੇ ਦੇ ਵਿੱਚ ਜਿਹੜਾ ਹੈ ਅਪਣਤ ਦੀ ਭਾਵਨਾ ਖੂਨ ਦੇ ਰਿਸ਼ਤੇ ਵਿੱਚ ਹੀ ਸੀ, ਜਿਹਦੇ ਵਿੱਚ ਹਜੇ ਵੀ ਭਾਈਚਾਰਾ ਕਾਇਮ ਸੀ। ਠੀਕ ਹੈ, ਸੋ ਇਸ ਤਰ੍ਹਾਂ ਜਿਹੜਾ ਹੈ ਤੁਸੀਂ ਇਹਨੂੰ ਆਪਣੀ ਸਟੋਰੀ ਦੇ ਨਾਲ ਜੁਆਇਨ ਕਰਕੇ ਲਿੰਕ ਕਰਕੇ ਦੱਸ ਸਕਦੇ ਹਾਂ। ਠੀਕ ਹੈ, ਸੋ ਇਹ ਇਹਦਾ ਜਿਹੜਾ ਹੈ ਵਿਸ਼ਾ ਆ। ਹੁਣ ਰਾਜੀ ਆਪਾਂ ਇਹਦੇ ਕੁਐਸਚਨ ਆਨਸਰਸ 'ਤੇ ਝਾਤੀ ਮਾਰਦੇ ਹਾਂ ਕਿ ਵਰਕ ਬੁੱਕ ਦੇ ਵਿੱਚ ਜਿਹੜੇ ਆ ਤੁਹਾਡੇ ਕਿਹੜੇ ਕੁਐਸਚਨ ਆਨਸਰਸ ਲਏ ਗਏ ਆ। ਜਿਹੜਾ ਤੁਹਾਡੇ ਰਾਜੇ ਵਰਕ ਬੁੱਕ 33 ਦੇ ਉੱਪਰ ਫਸਟ ਪੈਰਾਗ੍ਰਾਫ ਹੈ, ਦੈਟ ਇਜ਼ ਸੋਲਵਡ ਫॉर ਯੂ, ਉਹਨਾਂ ਨੇ ਪਹਿਲਾਂ ਹੀ ਸੋਲਵ ਕੀਤਾ ਹੋਇਆ ਆ। ਆਪਾਂ ਜਿਹੜਾ ਸਟਾਰਟ ਕਰਨਾ ਹੈ ਉਹ ਦੂਸਰਾ ਪੈਰਾਗ੍ਰਾਫ ਹੈ। ਕਿਹੜੀ ਕੰਧ? ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਕਿਹੜੀ ਕੰਧ ਦੀ ਗੱਲ ਹੋ ਰਹੀ ਹੈ। ਠੀਕ ਹੈ, ਇਹਦੇ ਵਿੱਚ ਗੱਲ ਹੋ ਰਹੀ ਹੈ ਕਪੂਰ ਸਿੰਘ ਤੇ ਦਰਬਾਰੇ ਦੇ ਘਰ ਦੀ ਸਾਂਝੀ ਕੰਧ ਦੀ। ਠੀਕ ਹੈ, ਖੱਬੇ ਪਾਸੇ ਵਾਲੀ ਕੰਧ ਦੀ। ਦਰਬਾਰੇ ਨੇ ਪੈਰਾਂ ਉੱਤੇ ਪਾਣੀ ਹੀ ਨਾ ਪੈਣ ਦਿੱਤਾ, ਤੂੰ ਭੁੱਲਿਆ ਹੋਇਆ। ਕਪੂਰ ਸਿੰਘ ਬੋਲਿਆ ਆਪਣੀ ਸਾਂਝੀ। ਠੀਕ ਹੈ, ਸੋ ਸਭ ਤੋਂ ਪਹਿਲਾ ਕੁਐਸਚਨ ਦੇਖੋ ਬੇਟੇ, ਉਪਰੋਕਤ ਵਾਰਤਾਲਾਪ ਕਿੰਨਾ ਦੋ ਪਾਤਰਾਂ ਵਿੱਚ ਹੋ ਰਹੇ ਹਨ? ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜੀ ਵਾਰਤਾਲਾਪ ਹੈ, ਇਸ ਕਹਾਣੀ ਦੇ ਜਿਹੜੇ ਮੁੱਖ ਦੋ ਪਾਤਰ ਹੈਗੇ ਕਪੂਰ ਸਿੰਘ ਤੇ ਦਰਬਾਰਾ, ਉਹਦੇ ਵਿਚਕਾਰ ਇਹ ਗੱਲਬਾਤ ਹੋ ਰਹੀ ਆ। ਕਾਦੇ ਬਾਰੇ ਹੋ ਰਹੀ ਹੈ? ਉਹਨਾਂ ਦੋਨਾਂ ਦੇ ਘਰਾਂ ਦੀ ਜਿਹੜੀ ਸਾਂਝੀ ਕੰਧ ਸੀ, ਉਸ ਬਾਰੇ ਵਾਰਤਾਲਾਪ ਹੋ ਰਹੀ ਹੈ। ਕਿਉਂਕਿ ਇਹ 'ਚ ਥੋੜ੍ਹਾ ਜਿਹਾ ਲਿਟਲ ਬਿਟ ਦੱਸਣਾ ਆ, ਕਿਉਂਕਿ ਜਿਹੜਾ ਕਪੂਰ ਸਿੰਘ ਸੀ ਉਹਦਾ ਪੂਰਾ ਘਰ ਢਹਿ ਗਿਆ ਸੀ,
ਉਹਨੂੰ ਘਰ ਦੀ ਲੋੜ ਸੀ, ਉਹਨੇ ਨਵਾਂ ਘਰ ਬਣਾਉਣਾ ਸੀ। ਇਸ ਕਰਕੇ ਉਹ ਚਾਹੁੰਦਾ ਸੀ ਕਿ ਜਿਹੜਾ ਨਵਾਂ ਘਰ ਬਣਨਾ ਆ ਉਹ ਮਜ਼ਬੂਤ ਬਣੇ, ਕਿਉਂਕਿ ਕੱਚੇ ਘਰ ਹੋਣ ਕਰਕੇ ਉਹਨਾਂ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਸੀ। ਇਸ ਕਰਕੇ ਉਹ ਜਦੋਂ ਨਵੇਂ ਸਿਰੋਂ ਘਰ ਬਣਾਉਣਾ ਚਾਹੁੰਦਾ ਸੀ ਤੇ ਉਹ ਨਹੀਂ ਸੀ ਚਾਹੁੰਦਾ ਕਿ ਇੱਕ ਪਾਸਾ ਉਹਦੇ ਘਰ ਦਾ ਕੱਚਾ ਰਹਿ ਜਾਵੇ। ਇਸ ਕਰਕੇ ਉਹ ਉਸ ਕੰਧ ਦੇ ਵਿੱਚ ਦਰਬਾਰੇ ਦਾ ਹਿੱਸਾ ਚਾਹੁੰਦਾ ਸੀ, ਕਿਉਂਕਿ ਕੰਧ ਜਿਹੜੀ ਆ ਛੋਟੀ ਨਹੀਂ ਸੀ, ਕਾਫੀ ਉੱਚੀ ਲੰਬੀ ਕੰਧ ਸੀ। ਇਸ ਕਰਕੇ ਕਪੂਰ ਸਿੰਘ ਚਾਹੁੰਦਾ ਸੀ ਕਿ ਕੰਧ ਦੇ ਵਿੱਚ ਦਰਬਾਰਾ ਹਿੱਸਾ ਪਾਵੇ, ਪਰ ਦਰਬਾਰਾ ਜਿਹੜਾ ਸੀ ਉਸ ਸਮੇਂ ਸਰਪੰਚ ਦੀ ਚੱਕ ਵਿੱਚ ਆ ਕੇ ਅਜਿਹਾ ਕਰਨ ਤੋਂ ਮੁੱਕਰ ਰਿਹਾ ਸੀ। ਇਸ ਕਰਕੇ ਇਹ ਜਿਹੜੀ ਵਾਰਤਾਲਾਪ ਹੈ ਉਹ ਕਪੂਰ ਸਿੰਘ ਦੁਆਰਾ ਦਰਬਾਰੇ ਨੂੰ ਬੋਲੀ ਗਈ ਹੈ। ਠੀਕ ਹੈ, ਸੋ ਇੱਦਾਂ ਨੂੰ ਥੋੜ੍ਹਾ ਜਿਹਾ ਤੁਸੀਂ ਜਿਹੜਾ ਹੈ ਵੀ ਇਸ ਸਤਰਾਂ ਵਿੱਚ ਕਿਸ ਵਿਸ਼ੇ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਨਾ ਬੇਟਾ, ਉਹ ਤੁਸੀਂ ਨਾਲ ਐਕਸਪਲੇਨ ਕਰੋਗੇ। ਠੀਕ ਹੈ, ਦੂਸਰਾ ਕੁਐਸਚਨ ਦੇਖੋ, ਕਿਹੜੀ ਕੰਧ ਦੀ ਗੱਲ ਹੋ ਰਹੀ ਆ। ਸਭ ਤੋਂ ਪਹਿਲਾਂ ਤੁਸੀਂ ਦੱਸਣਾ ਆ ਕਿ ਇਹਦੇ ਸਤਰਾਂ ਦੇ ਵਿੱਚ ਸਾਂਝੀ ਕੰਧ ਦੀ ਗੱਲ ਹੋ ਰਹੀ ਹੈ। ਠੀਕ ਹੈ, ਕਿਹੜੀ ਕੰਧ ਹੈ? ਜਿਹੜੀ ਕਿ ਕਪੂਰ ਸਿੰਘ ਤੇ ਦਰਬਾਰੇ ਦੀ ਸਾਂਝੀ ਸੀ। ਉਹਨੇ 'ਚ ਤੁਸੀਂ ਥੋੜ੍ਹਾ ਜਿਹਾ ਬੇਟਾ ਦੱਸ ਦੇਣਾ ਆ ਕਿ ਇਹਦੇ ਵਿੱਚ ਜਿਹੜੀ ਕੰਧ ਸੀ ਜਿਹਦੀ ਬਾਰੇ ਗੱਲ ਹੋ ਰਹੀ ਹੈ ਨਾ ਉਹ ਖੱਬੇ ਪਾਸੇ ਵਾਲੀ ਕੰਧ ਸੀ, ਪਰ ਨਾਲ ਤੁਸੀਂ ਇਹ ਵੀ ਦੱਸਣਾ ਆ ਕਿ ਇਹਦੇ ਵਿੱਚ ਜਿਹੜੇ ਕਪੂਰ ਸਿੰਘ ਦੇ ਘਰ ਦੀ ਪਿਛਲੇ ਵਾਲੀ ਕੰਧ ਸੀਗੀ ਨਾ ਉਹ ਚੰਨਨ ਸਿੰਘ ਚੀਨੀਏ ਦੇ ਨਾਲ, ਤੇ ਜਿਹੜੀ ਸੱਜੀ ਕੰਧ ਸੀ ਉਹ ਚਾਚੀ ਰਾਮ ਕੌਰ ਦੇ ਨਾਲ ਸਾਂਝੀ ਸੀ। 3 ਕੰਧਾਂ ਹੁੰਦੀਆਂ, ਇੱਕ ਜਿਹੜਾ ਆ ਮਕਾਨ ਦਾ ਮੁੱਢਲਾ ਅਗਲਾ ਹਿੱਸਾ ਹੁੰਦਾ ਆ ਤੇ 3 ਪਾਸੇ ਹੁੰਦੇ, ਇੱਕ ਪਿਛਲਾ ਪਾਸਾ, ਇੱਕ ਸੱਜਾ ਤੇ ਇੱਕ ਖੱਬਾ। ਠੀਕ ਹੈ, ਸੋ ਜੇ ਤੁਸੀਂ ਦੱਸਣਾ ਹੈ ਕਿ ਜਿਹੜੀ ਪਿਛਲੀ ਕੰਧ ਸੀ ਘਰ ਦੀ ਉਹ ਚੰਨਨ ਸਿੰਘ ਚੀਨੀਏ ਦੇ ਨਾਲ, ਤੇ ਜਿਹੜੀ ਸੱਜੀ ਕੰਧ ਸੀ ਉਹ ਚਾਚੀ ਰਾਮ ਕੌਰ ਦੇ ਨਾਲ ਸਾਂਝੀ ਸੀ। ਬਚੀ ਕਿਹੜੀ? ਖੱਬੇ ਪਾਸੇ ਵਾਲੀ ਕੰਧ ਬਚੀ। ਔਰ ਇਹਨਾਂ ਸਤਰਾਂ ਦੇ ਵਿੱਚ ਜਿਹੜੀ ਹੈ ਉਹ ਦਰਬਾਰੇ ਤੇ ਕਪੂਰ ਸਿੰਘ ਦੇ ਘਰ ਦੀ ਜਿਹੜੀ ਖੱਬੇ ਪਾਸੇ ਵਾਲੀ ਕੰਧ ਆ ਉਹਦੀ ਗੱਲ ਹੋ ਰਹੀ ਹੈ, ਕਿਉਂਕਿ ਜਿਹੜੀ ਇਹ ਕੰਧ ਸੀ ਉਹ ਦੋਨਾਂ ਘਰਾਂ ਦੇ ਵਿੱਚ ਸਾਂਝੀ ਸੀ। ਕਪੂਰ ਸਿੰਘ ਇਸ ਜਿਹੜਾ ਹੈ ਉਹ ਕੰਧ ਬਣਾਉਣ ਦੇ ਵਿੱਚ ਦਰਬਾਰੇ ਦਾ ਹਿੱਸਾ ਚਾਹੁੰਦਾ ਸੀ, ਪਰ ਦਰਬਾਰਾ ਕੰਧ ਦੇ ਵਿੱਚ ਹਿੱਸਾ ਪਾਉਣ ਤੋਂ ਮੁੱਕਰ ਰਿਹਾ ਸੀ। ਇਸ ਕਰਕੇ ਜਿਹੜਾ ਹੈ ਇਹਨਾਂ ਸਤਰਾਂ ਦੇ ਵਿੱਚ ਕਪੂਰ ਸਿੰਘ ਤੇ ਦਰਬਾਰੇ ਦੇ ਘਰ ਦੀ ਖੱਬੇ ਪਾਸੇ ਵਾਲੀ ਸਾਂਝੀ ਕੰਧ ਦੀ ਗੱਲ ਹੋ ਰਹੀ ਹੈ। ਠੀਕ ਹੈ, ਨੈਕਸਟ ਕੁਐਸਚਨ ਹੈ, ਦਰਬਾਰਾ ਕਿਹੜੀ ਗੱਲ ਤੋਂ ਮੁੱਕਰ ਰਿਹਾ ਸੀ? ਦਰਬਾਰਾ ਕੰਧ ਦੇ ਵਿੱਚ ਹਿੱਸਾ ਪਾਉਣ ਤੋਂ। ਠੀਕ ਹੈ, ਜਿਹੜੀ ਦੋਨਾਂ ਘਰਾਂ ਦੇ ਵਿਚਕਾਰ ਸਾਂਝੀ ਕੰਧ ਸੀ ਉਹਦੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਤੋਂ ਮੁੱਕਰ ਰਿਹਾ ਸੀ। ਅਸਲ ਮਾਇਨੇ ਦੇ ਵਿੱਚ ਜਿਹੜਾ ਦਰਬਾਰਾ ਹੈ ਉਹ ਦਿਲ ਦਾ ਮਾੜਾ ਨਹੀਂ ਸੀ, ਪਰ ਉਹ ਜਿਹੜਾ ਹੈ ਸਰਪੰਚ ਦੀ ਚੱਕ ਦੇ ਵਿੱਚ ਆ ਕੇ ਅਜਿਹਾ ਕਰ ਰਿਹਾ ਸੀ। ਹਾਲਾਂਕਿ ਜਦੋਂ ਕਪੂਰ ਸਿੰਘ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਆ ਤੇ ਉਹਦਾ ਜਿਹੜਾ ਆ ਦਿਲ ਦੇ ਵਿੱਚ ਥੋੜ੍ਹਾ ਬਹੁਤਾ ਰਹਿਮ ਆਂਦਾ ਵੀ ਆ, ਉਹਦੇ ਮੱਥੇ ਤੇ ਜਿਹੜੀਆਂ ਪਈਆਂ ਹੋਈਆਂ ਤਿਉੜੀਆਂ ਆ, ਕੁੱਟੀਆਂ ਆ, ਕੁਛ ਢਿੱਲੀਆਂ ਵੀ ਹੁੰਦੀਆਂ ਆ, ਉਹਦਾ ਮਨ ਢਹਿਲਾ ਵੀ ਪੈਂਦਾ ਆ। ਪਰ ਜਿਸ ਤਰ੍ਹਾਂ ਹੀ ਸਰਪੰਚ ਕੰਗੂਰਾ ਮਾਰਦਾ ਆ ਤਾਂ ਉਹਦੀਆਂ ਜੜੀਆਂ ਆ ਫਿਰ ਉਹ ਆਕੜ ਕੇ ਬੋਲਦਾ ਹੈ ਕਿ ਕਿਹੜੀ ਕੰਧ। ਠੀਕ ਹੈ, ਸੋ ਇਹਦੇ ਵਿੱਚ ਜਿਹੜਾ ਹੈ ਦਰਬਾਰਾ ਇਸ ਕਰਕੇ ਸੱਜੀ ਕੰਧ ਦੇ ਵਿੱਚ ਹਿੱਸਾ ਜਿਹੜੀ ਹੈ ਉਹਨਾਂ ਦੀ ਖੱਬੇ ਪਾਸੇ ਵਾਲੀ ਕੰਧ ਆ ਉਹਦੇ ਵਿੱਚ ਹਿੱਸਾ ਪਾਉਣ ਤੋਂ ਮੁੱਕਰ ਰਿਹਾ ਸੀ, ਕਿਉਂਕਿ ਸਰਪੰਚ ਜਿਹੜਾ ਹੈ ਉਹ ਲਗਾਤਾਰ ਦਰਬਾਰੇ ਨੂੰ ਚੱਕ ਰਿਹਾ ਸੀ ਔਰ ਦਰਬਾਰਾ ਜਿਹੜਾ ਹੈ ਉਹ ਸਰਪੰਚ ਦੀਆਂ ਗੱਲਾਂ ਦੇ ਵਿੱਚ ਆ ਕੇ ਰਿਸ਼ਤਿਆਂ ਤੋਂ ਮੂੰਹ ਮੋੜ ਰਿਹਾ ਸੀ। ਉਹ ਭਰਾ ਦੇ ਰਿਸ਼ਤੇ ਨੂੰ ਭੁੱਲ ਕੇ ਉਸ ਨੂੰ ਜਿਹੜਾ ਹੈ ਕਪੂਰ ਸਿੰਘ ਨੂੰ ਹਿੱਸਾ ਦੇਣ ਤੋਂ ਮੁੱਕਰ ਰਿਹਾ ਸੀ। ਦਰਬਾਰੇ ਤੇ ਕਪੂਰ ਸਿੰਘ ਵਿੱਚ ਕੀ ਰਿਸ਼ਤਾ ਸੀ? ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸਣਾ ਆ ਕਿ ਦਰਬਾਰਾ ਤੇ ਕਪੂਰ ਸਿੰਘ ਦੋਨੋਂ ਭਰਾ ਸੀ, ਪਰ ਉਹ ਸਕੇ ਭਰਾ ਨਹੀਂ ਸੀ। ਜਿਹੜਾ ਦਰਬਾਰਾ ਸੀ ਉਹ ਕਪੂਰ ਸਿੰਘ ਦੇ ਚਾਚੇ ਦਾ ਮੁੰਡਾ ਸੀ। ਰਿਸ਼ਤੇ ਦੇ ਵਿੱਚ ਜਿਹੜਾ ਹੈ ਦੋਨੋਂ ਕੀ ਲੱਗਦੇ ਸੀ ਬੇਟਾ? ਸ਼ਰੀਕ ਲੱਗਦੇ ਸੀ ਦੋਨੋਂ। ਠੀਕ ਹੈ, ਕਿਉਂਕਿ ਜਿਹੜੇ ਚਾਚੇ ਤਾਏ ਦੇ ਮੁੰਡੇ ਹੁੰਦੇ ਆ ਉਹਨਾਂ ਨੂੰ ਸ਼ਰੀਕ ਕਹਿੰਦੇ ਆ। ਠੀਕ ਹੈ, ਭਰਾਵਾਂ ਦਾ ਰਿਸ਼ਤਾ ਸੀ। ਦਰਬਾਰਾ ਛੋਟਾ ਸੀ ਤੇ ਕਪੂਰ ਸਿੰਘ ਵੱਡਾ ਸੀ, ਔਰ ਜਿਹੜਾ ਦਰਬਾਰਾ ਹੈ ਉਹ ਕਪੂਰ ਸਿੰਘ ਦੇ ਚਾਚੇ ਦਾ ਮੁੰਡਾ ਸੀ। ਇਸ ਰਿਸ਼ਤੇ ਤੋਂ ਦੋਨੋਂ ਆਪਸ ਦੇ ਵਿੱਚ ਸ਼ਰੀਕ ਲੱਗਦੇ ਸੀ, ਭਰਾਵਾਂ ਦਾ ਰਿਸ਼ਤਾ ਸੀ। ਪਰ ਜਿਹੜਾ ਦਰਬਾਰਾ ਸੀ ਉਹ ਭਰਾ ਦੇ ਰਿਸ਼ਤੇ ਨੂੰ
ਭੁੱਲ ਗਿਆ ਸੀ। ਉਹ ਸ਼ਾਇਦ ਕਿਤੇ ਨਾ ਕਿਤੇ ਸਰਪੰਚ ਦੀਆਂ ਗੱਲਾਂ ਦੇ ਵਿੱਚ ਆ ਕੇ ਇਸ ਰਿਸ਼ਤੇ ਨੂੰ ਜਿਹੜਾ ਹੈ ਭੁੱਲ ਗਿਆ ਸੀ ਕਿ ਕਪੂਰ ਸਿੰਘ ਜਿਹੜਾ ਹੈ ਉਹਦਾ ਭਰਾ ਆ, ਔਰ ਇਸ ਸਮੇਂ ਉਹਨੂੰ ਜਿਹੜਾ ਹੈ ਘਰ ਬਣਾਉਣ ਦੇ ਲਈ ਬਹੁਤ ਜ਼ਿਆਦਾ ਲੋੜ ਆ, ਕੰਧ ਦੇ ਵਿੱਚ ਹਿੱਸਾ ਪਾਇਆ ਜਾਵੇ। ਪਰ ਦਰਬਾਰਾ ਜਿਹੜਾ ਹੈ ਉਸ ਸਮੇਂ ਆਟੇ ਦਾ ਸੀ ਬਣਿਆ ਹੋਇਆ ਸੀ। ਮਤਲਬ ਕੀ ਹੈ, ਉਹਨੇ ਜਿੱਦ ਫੜੀ ਹੋਈ ਸੀ, ਔਰ ਜਿੰਨੀ ਵਾਰੀ ਵੀ ਕਪੂਰ ਸਿੰਘ ਨੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਉਹਨੇ ਜਿਹੜੀ ਆ ਕਪੂਰ ਸਿੰਘ ਦੀ ਗੱਲ ਸੁਣੀ ਅਣਸੁਣੀ ਕਰ ਦਿੱਤੀ। ਠੀਕ ਹੈ, ਇੰਨੀ ਤੁਸੀਂ ਨਾਲ ਐਕਸਪਲੇਨੇਸ਼ਨ ਦਿਓਗੇ ਕਿਉਂਕਿ ਉਹ ਭਰਾ ਦੇ ਰਿਸ਼ਤੇ ਨੂੰ ਭੁੱਲ ਗਿਆ ਸੀ। ਲਿਖ ਦਿਓ ਉਹਦੇ 'ਚ। ਅਗਲੀਆਂ ਲਾਈਨਾਂ ਦੇਖੋ। ਮੈਂ ਕੁੜੀ ਦਾ ਵਿਆਹ ਕਰਨਾ, ਮੈਨੂੰ ਲੋੜ ਨਹੀਂ, ਮੇਰੀ ਪੁੱਜਤ ਨਹੀਂ। ਠੀਕ ਹੈ, ਹੁਣ ਇਹ 17 ਜਿਹੜੀਆਂ ਆ ਤੁਹਾਡੀ ਕਹਾਣੀ ਦੇ ਵਿੱਚੋਂ ਲਈਆਂ ਗਈਆਂ, ਸਾਂਝੀ ਕੰਧ ਦੇ ਵਿੱਚੋਂ ਲਈਆਂ ਗਈਆਂ ਆ। ਔਰ ਸਭ ਤੋਂ ਪਹਿਲਾਂ ਤਾਂ ਕੁਐਸਚਨ ਦੇਖੋ, ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ। ਪਹਿਲੀ ਗੱਲ ਤਾਂ ਇਹ ਆ ਕਿ ਇਹ 'ਚ ਤੁਸੀਂ ਇਹ ਯਾਦ ਰੱਖਣਾ ਆ ਕਿ ਜਿਹੜਾ ਵਿਆਹ ਸੀ ਉਹ ਦਰਬਾਰੇ ਦੀ ਕੁੜੀ ਦਾ ਸੀ। ਠੀਕ ਹੈ, ਕਪੂਰ ਸਿੰਘ ਦੀ ਕੁੜੀ ਦਾ ਵਿਆਹ ਨਹੀਂ ਸੀ, ਦਰਬਾਰੇ ਦੀ ਕੁੜੀ ਦਾ ਵਿਆਹ ਸੀ। ਠੀਕ ਹੈ, ਸੋ ਮੈਂ ਕੁੜੀ ਦਾ ਵਿਆਹ ਕਰਨਾ, ਕਿਹਦੀ ਕੁੜੀ ਦਾ ਵਿਆਹ ਸੀ? ਦਰਬਾਰੇ ਦੀ ਕੁੜੀ ਦਾ ਵਿਆਹ ਸੀ। ਇਸ ਕਰਕੇ ਬੇਟੇ ਇਹ 17 ਜਿਹੜੀਆਂ ਆ ਉਹ ਦਰਬਾਰੇ ਨੇ ਕਹੀਆਂ ਆ। ਕਿਹਨੂੰ ਕਹੀਆਂ ਆ? ਕਪੂਰ ਸਿੰਘ ਨੂੰ ਕਹੀਆਂ ਆ। ਕਦੋਂ ਕਹੀਆਂ ਆ? ਜਦੋਂ ਕਪੂਰ ਸਿੰਘ ਆਪਣੀ ਪੂਰੀ ਜ਼ੋਰ ਲਾਉਣ ਦੇ ਬਾਵਜੂਦ ਵੀ ਉਹਦਾ ਕੋਈ ਵਸ ਨਹੀਂ ਚੱਲਦਾ, ਤੇ ਅਖੀਰ ਜਿਹੜਾ ਹੈ ਕਪੂਰ ਸਿੰਘ ਨੂੰ ਲੱਗਦਾ ਹੈ ਕਿ ਮਸਲਾ ਜਿਹੜਾ ਹੈ ਉਹ ਹੁਣ ਪੰਚਾਇਤ ਦੇ ਵਿੱਚ ਹੀ ਸੁਲਝਾਇਆ ਜਾ ਸਕਦਾ ਹੈ। ਇਸ ਕਰਕੇ ਜਦੋਂ ਉਹ ਪੰਚਾਇਤ ਦੇ ਕੋਲ ਜਾਂਦਾ ਆ ਔਰ ਇਹ ਕੰਧ ਦੀ ਗੱਲ ਕਰਦਾ ਹੈ, ਤੇ ਉਸ ਸਮੇਂ ਜਿਹੜਾ ਹੈ ਪਹਿਲਾਂ ਦਰਬਾਰਾ ਟਾਲ ਮਟੋਲ ਕਰਦਾ ਆ ਤਾਂ ਕਿ ਉਹਨੂੰ ਪੈਸੇ ਨਾ ਦੇਣੇ ਪੈਣ, ਬਹਾਨੇ ਕੱਢਦਾ ਆ। ਉਹ ਕੀ ਕਹਿੰਦਾ ਆ ਕਿ ਮੈਂ ਕੁੜੀ ਦਾ ਵਿਆਹ ਕਰਨਾ, ਕਿ ਉਹਨੂੰ ਜਿਹੜਾ ਹੈ ਕੁੜੀ ਦਾ ਵਿਆਹ ਕਰਨ ਦੇ ਲਈ ਪੈਸੇ ਚਾਹੀਦੇ ਆ, ਇਸ ਕਰਕੇ ਉਹ ਕੰਧ ਦੇ ਵਿੱਚ ਹਿੱਸਾ ਨਹੀਂ ਪਾ ਸਕਦਾ। ਦੂਸਰਾ ਕੀ ਕਹਿੰਦਾ? ਮੈਨੂੰ ਲੋੜ ਨਹੀਂ, ਕਿ ਉਹਨੂੰ ਕੰਧ ਦੀ ਲੋੜ ਨਹੀਂ ਸੀ। ਕਿਉਂ ਲੋੜ ਨਹੀਂ ਸੀ? ਕਿਉਂਕਿ ਰਾਜੇ ਉਹ ਅਲੱਗ ਘਰ ਦੇ ਵਿੱਚ ਰਹਿੰਦਾ ਸੀ। ਜਿਸ ਘਰ ਦੀ ਕੰਧ ਦੀ ਖਸਤਾ ਹਾਲਤ ਸੀ ਨਾ, ਉਹਦੇ ਵਿੱਚ ਉਹਦੇ ਜਿਹੜਾ ਆ ਪੁਰਾਣਾ ਸਮਾਨ ਤੇ ਮਾਲ ਡੰਗਰ ਸੀ ਬੰਨੇ ਹੋਏ। ਠੀਕ ਹੈ, ਮੇਰੀ ਪੁੱਜਤ ਨਹੀਂ। ਪੁੱਜਤ ਮਤਲਬ ਨਾ ਮੇਰੇ ਕੋਲ ਇੰਨਾ ਦੇਣ ਜੋਗਾ ਜਿਹੜਾ ਆ ਉਹ ਹੈ ਹੀ ਨਹੀਂ ਆ, ਪਹੁੰਚ ਹੀ ਨਹੀਂ ਆ ਉਹਦੀ। ਠੀਕ ਹੈ, ਸੋ ਇਹ ਤਿੰਨੋਂ ਤੁਸੀਂ ਜਿਹੜੇ ਆ ਰੀਜ਼ਨ ਲਿਖਦੇ ਨੇ ਇਹਦੇ ਵਿੱਚ ਕਿ ਇਹ ਸ਼ਬਦ ਦਰਬਾਰੇ ਨੇ ਕਪੂਰ ਸਿੰਘ ਨੂੰ ਉਸ ਸਮੇਂ ਕਹੇ ਜਦੋਂ ਕਪੂਰ ਸਿੰਘ ਕੰਧ ਦਾ ਮਸਲਾ ਲੈ ਕੇ ਪੰਚਾਇਤ ਦੇ ਵਿੱਚ ਜਾਂਦਾ ਆ, ਤੇ ਉਸ ਸਮੇਂ ਜਿਹੜਾ ਹੈ ਪੰਚਾਇਤ ਦੇ ਸਾਹਮਣੇ ਜਿਹੜਾ ਹੈ ਉਹ ਕੰਧ ਦੀ ਗੱਲ ਰੱਖਦਾ ਆ। ਉਸ ਸਮੇਂ ਵੀ ਦਰਬਾਰਾ ਪੈਸੇ ਦੇਣ ਤੋਂ ਮੁੱਕਰਦਾ ਆ ਔਰ ਕਹਿੰਦਾ ਆ ਕਿ ਉਹਦੇ ਕੋਲ ਜਿਹੜੇ ਆ ਕੁੜੀ ਦਾ ਵਿਆਹ ਕਰਨਾ ਹੈ, ਇਸ ਕਰਕੇ ਉਹਦੇ ਕੋਲ ਪੈਸੇ ਹੈ ਨਹੀਂ ਆ, ਉਹਨੂੰ ਕੰਧ ਬਣਾਉਣ ਦੀ ਲੋੜ ਹੀ ਨਹੀਂ ਹੈ, ਔਰ ਉਹਦੀ ਜਿਹੜੀ ਹੈ ਇੰਨੇ ਪੈਸੇ ਦੇਣ ਦੀ ਪੁੱਜਤ ਨਹੀਂ ਹੈ। ਠੀਕ ਹੈ, ਤਿੰਨੋਂ ਰੀਜ਼ਨ। ਕਿਸ ਦੇ ਵਿਆਹ ਦੀ ਗੱਲ ਹੋ ਰਹੀ ਹੈ? ਇੱਥੇ ਦਰਬਾਰੇ ਦੀ ਕੁੜੀ ਬੰਸੋ ਦੇ ਵਿਆਹ ਦੀ। ਠੀਕ ਹੈ, ਸੋ ਤੁਸੀਂ ਲਿਖਣਾ ਆ ਕਿ ਇੱਥੇ ਜਿਹੜਾ ਦਰਬਾਰਾ ਹੈ ਜੋ ਕਿ ਕਪੂਰ ਸਿੰਘ ਦਾ ਭਰਾ ਸੀ, ਉਹਦੇ ਕੁੜੀ ਦੇ ਵਿਆਹ ਦੀ ਗੱਲ ਹੋ ਰਹੀ ਹੈ ਬੰਸੋ ਦੀ, ਕਿਉਂਕਿ ਉਹਦੀ ਜਿਹੜੇ ਦਰਬਾਰਾ ਹੈ ਉਹਦੀ ਕੁੜੀ ਦਾ ਵਿਆਹ ਹਾੜ ਮਹੀਨੇ ਦਾ, ਦੇਸੀ ਮਹੀਨਾ ਹੁੰਦਾ ਨਾ ਹਾੜ, ਉਸ ਮਹੀਨੇ ਦਾ ਉਹਦਾ ਵਿਆਹ ਤੈਅ ਹੋ ਗਿਆ ਸੀ। ਔਰ ਇਸ ਵਿੱਚ ਜਿਹੜਾ ਹੈ ਦਰਬਾਰਾ ਇਹ ਬਹਾਨਾ ਮਾਰਦਾ ਆ ਕਿ ਉਹਨੇ ਆਪਣੀ ਕੁੜੀ ਬੰਸੋ ਦਾ ਵਿਆਹ ਧਰਿਆ ਹੋਇਆ ਆ, ਵਿਆਹ ਦਾ ਜਿਹੜਾ ਹੈ ਖਰਚਾ ਪਾਣੀ ਕਰਨਾ ਆ, ਉਹਦੇ ਲਈ ਉਹਨੂੰ ਪੈਸਿਆਂ ਦੀ ਲੋੜ ਹੈ, ਇਸ ਕਰਕੇ ਉਹ ਕੰਧ ਦੇ ਵਿੱਚ ਹਿੱਸਾ ਨਹੀਂ ਪਾ ਸਕਦਾ ਕਿਉਂਕਿ ਉਹਨੇ ਜਿਹੜਾ ਆ ਹਾੜ ਮਹੀਨੇ ਦਾ ਆਪਣੀ ਕੁੜੀ ਦਾ ਵਿਆਹ ਦੇਣਾ ਆ। ਇਸ ਕਰਕੇ ਜਿਹੜਾ ਹੈ ਉਹਨੂੰ ਕੰਧ ਦੀ ਲੋੜ ਵੀ ਨਹੀਂ ਹੈ, ਤੇ ਵੈਸੇ ਵੀ ਉਹਨੇ ਪੈਸੇ ਜਿਹੜੇ ਆ ਉਹ ਕੁੜੀ ਦੇ ਵਿਆਹ ਦੇ ਲਗਾਉਣੇ ਆ, ਇਸ ਕਰਕੇ ਜਿਹੜਾ ਹੈ ਉਹ ਕੰਧ ਦੇ ਵਿੱਚ ਹਿੱਸਾ ਪਾਉਣ ਲਈ ਤਿਆਰ ਨਹੀਂ ਸੀ। ਠੀਕ ਹੈ, ਸੋ ਇਸ ਤਰ੍ਹਾਂ ਤੁਸੀਂ ਜਿਹੜਾ ਹੈ ਇਹਨੂੰ ਤੁਸੀਂ ਸਮ ਅਪ ਕਰੋਗੇ। ਥਰਡ ਦੇਖੋ, ਇਹ ਸ਼ਬਦ ਕਦੋਂ ਆਖੇ ਗਏ ਆ? ਬੱਚੇ ਇਹ ਦੇਖੋ ਤੁਹਾਡੀ ਬੁੱਕ ਦੇ ਵਿੱਚ ਪੈਰਾਗ੍ਰਾਫ ਹੈ ਜਿਸ 'ਚ ਉਹਨਾਂ ਨੇ ਸਾਫ਼-ਸਾਫ਼ ਦੱਸਿਆ ਆ ਕਿ ਇਹ ਜਿਹੜਾ ਹੈ ਸ਼ਬਦ ਕਦੋਂ ਆਖੇ ਗਏ ਆ। ਇਹ ਸ਼ਬਦ ਉਦੋਂ ਆਖੇ ਗਏ ਆ ਜਦੋਂ ਕਿ ਜਿਹੜਾ ਕਪੂਰ ਸਿੰਘ ਹੈ ਆਪਣਾ ਮਸਲਾ ਲੈ ਕੇ ਪੰਚਾਇਤ ਦੇ ਕੋਲ ਜਾਂਦਾ ਆ ਔਰ ਕਹਿੰਦਾ ਆ ਕਿ ਆ ਦੇਖੋ ਤੁਹਾਡੇ ਰਾਜੇ ਬੁੱਕ ਦੇ ਵਿੱਚ 34 ਪੇਜ ਨੰਬਰ ਦੇ ਉੱਪਰ ਰਾਜਾ ਪੈਰਾਗ੍ਰਾਫ ਹੈ, ਜਦੋਂ ਕੋਈ ਵਾਰ ਨਾ ਚੱਲੀ ਤਾਂ ਕਪੂਰ ਸਿੰਘ ਦਰਬਾਰੇ ਦੇ ਇਕੱਠ ਕੀਤਾ, ਸਾਰਾ ਪਿੰਡ ਚੌਤਰੇ ਉੱਤੇ ਜੁੜ ਗਿਆ। ਪੰਚਾਇਤ ਨੇ ਦਰਬਾਰੇ ਨੂੰ ਸੱਥ ਵਿੱਚ ਬੁਲਾਇਆ ਤੇ ਕੰਧ ਕਰਨ ਲਈ ਕਿਹਾ। ਪਹਿਲਾਂ ਤਾਂ ਉਹਨੇ ਬੜੇ ਹੀ
पैर अड़ाए, मैं कुड़ी दा विआह करना, मैनू लोड़ नहीं ते मेरी पुज्जत नहीं। ठीक है, तो देखो साफ ये लिखिया होया कि ये शब्द कदों आखे गए आ। ये शब्द जड़े आ उदों आखे गए आ जदों कपूर सिंह कंध दा मसला लैके पंचायत दे विच जांदा आ ते अपनी सारी गल जड़ी है पंचायत दे सामने खोलदा है कि दरबारा जड़ा है कंध दे विच हिस्सा पाउण दे लई तैयार नहीं है। उस समय जड़े आ ये शब्द दरबारा पंचायत के सामने आखदा आ कि उन्हें जड़ा है कंध दे विच हिस्सा नहीं पाना, क्योंकि इस समय जड़ा है उन्होंने होर खर्चियां दे लई पैसों की लोड़ है तो वह कंध विच हिस्सा पाने के लिए तैयार नहीं है। ठीक है, दरबारे दे सुभाਅ बारे जानकारी दिओ। ਇਹਦੇ ਵਿੱਚ बेटा तुसी दरबारे ਦੀ ਜਿਹੜੀ है शख्सियत बारे जानकारी देनी है कि दरबारा ਜਿਹੜਾ है वो किहो जिहा पात्र सी। ਇਹਦੇ ਲਈ राजे ਤੁਹਾਡੀ देखो ਜਿਹੜੀ ग्रीन बुक है ना ਉਹਦੇ ਵਿੱਚ दरबारे ਦੇ पॉइंट लिखे हुए आ, ਪਹਿਲਾਂ ਉਹਦੀ जान पछाण लिखी हुई है, फिर ਦੱਸਿਆ आ ਦੂਜਿਆਂ ਦੀਆਂ ਗੱਲਾਂ ਤੇ ਚੱਕ ਵਿੱਚ ਆ ਜਾਣ ਵਾਲਾ, ਇਨਸਾਨੀਅਤ ਤੋਂ ਦੂਰ ਆ, ਜ਼ਿੱਦੀ ਸੁਭਾਅ। फिर इस तुसी आ जिहड़े पॉइंट है ना दरबारे दे ए डिस्कस कर देने आ उहदी शख्सियत जिहड़ी सी दरबारे दी किहो जिही सी। ठीक है, और एक ना बेटे जिहड़ा आ वाला है पॉइंट दरबारे का ये तुसी नाल जरूर लिखना आ अपनी गलती नूं मन लैण वाला। ठीक है, ऐड कर दईओ क्योंकि अखीर ते दरबारे ने अपनी गलती मन लई सी। जदों कपूर सिंह उहदा हाल चाल पुछण लई गया सी ना उस समय उहदे हर शब्द दे विचों अपनत झलक रही सी और उहनूं अपनी गलती का एहसास सी कि उहने जो भी कपूर सिंह नाल कीता है ना वो सही नहीं कीता। सो वही पॉइंट तुसी इत्थे ऐड करोगे अपनी गलती नूं मन लैण वाला। ठीक है, लास्ट पैराग्राफ जड़ा है तुहाडी बुक दे विच बेटे, तू हाले तकड़ा हो दिंदा रही पैसे, पैसे सालिया ने नाल जाना। ठीक है, उपरोक्त वार्तालाप किस कहानी विचों लिया गया? उपरोक्त वार्तालाप सांझी कंध कहानी विचों लिया गया बेटा। ठीक है, और ये किस द्वारा लिखी गई है? फिर ये राइटर का कि ये जड़ा है कहानी संतोख सिंह धीर द्वारा लिखी गई है। ठीक है, और नाल तुसी दस देना है कि इस कहानी दे विच सांझी कंध दे मसले नूं लैके विचार चर्चा की गई है जो कि दो भरावां दे जड़ा है घर दे विचकार सांझी सी। ਇਹਦੇ ਵਿੱਚ ਜਿਹੜਾ है लेखक ने ਇਹ ਦੱਸਣ ਦੀ कोशिश की है कि ਭਰਾਵਾਂ ਦੇ ਰਿਸ਼ਤੇ ਜਿਹੜੇ ਆ ਉਹ ਹਮੇਸ਼ਾ ਹੀ ਕਾਇਮ ਰਹਿੰਦੇ ਆ क्योंकि ਭਰਾਵਾਂ ਦੇ ਰਿਸ਼ਤੇ ਵਿੱਚੋਂ ਕਦੇ ਵੀ ਆਪਣਤ ਦੀ ਤੇ ਭਾਈਚਾਰੇ ਦੀ ਭਾਵਨਾ ਖਤਮ ਨਹੀਂ ਹੁੰਦੀ। ਲੋੜ ਪੈਣ ਤੇ ਜਿਹੜੇ ਆ ਉਹ ਆਪਣੇ ਜਿਹੜੇ ਰਿਸ਼ਤੇ ਆ ਉਹੀ ਕੰਮ ਆਉਂਦੇ ਆ। ਠੀਕ ਹੈ, ਸੋ ਥੋੜਾ ਜਿਹਾ ਲਿਟਲ ਬਿਟ ਇਹਦੇ ਚ ਨਾਲ ਤੁਸੀਂ ਵਿਸ਼ੇ ਬਾਰੇ ਜਾਣਕਾਰੀ ਦੇ ਦੇਣੀ ਹੈ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਆ? ਇਹ ਸ਼ਬਦ ਬੇਟੇ ਕਹੇ ਆ ਕਪੂਰ ਸਿੰਘ ਨੇ। ਕਿਹਨੂੰ ਕਹੇ ਆ? ਦਰਬਾਰੇ ਨੂੰ ਕਹੇ ਆ। ਕਦੋਂ ਕਹੇ ਆ? ਜਦੋਂ ਜਿਹੜਾ ਕਪੂਰ ਸਿੰਘ ਗਿਆ ਉਹਨੂੰ ਚਾਚੀ ਰਾਮ ਕੋਲੋਂ ਦਰਬਾਰੇ ਦੀ ਹਾਲਤ ਦਾ ਪਤਾ ਲੱਗਦਾ ਆ ਕਿ ਦਰਬਾਰਾ ਜਿਹੜਾ ਆ ਢਿੱਲਾ ਆ, ਉਹ ਠੀਕ ਨਹੀਂ ਹੈ। ਉਸ ਸਮੇਂ ਕਪੂਰ ਸਿੰਘ ਜਿਹੜਾ ਹੈ ਉਹਦੇ ਕੋਲੋਂ ਰਿਹਾ ਨਹੀਂ ਜਾਂਦਾ ਔਰ ਉਹ ਦਰਬਾਰੇ ਦੀ ਜਿਹੜੀ ਹੈ ਹਾਲ ਚਾਲ ਪੁੱਛਣ ਦੇ ਲਈ ਉਦੋਂ ਘਰ ਜਾਂਦਾ ਆ ਤੇ ਉਹ ਦਰਬਾਰੇ ਦਾ ਹਾਲ ਦੇਖ ਕੇ ਹੈਰਾਨ ਹੋ ਜਾਂਦਾ ਆ। ਉਸ ਸਮੇਂ ਜਿਹੜਾ ਦਰਬਾਰਾ ਹੈ ਉਹ ਉਹਦੀਆਂ ਅੱਖਾਂ ਦੇ ਵਿੱਚ ਆਪਣੀ ਗਲਤੀ ਦਾ ਪਛਤਾਵਾ ਸੀ। ਉਹ ਆਪਣੀ ਕੀਤੀ ਹੋਈ ਤੇ ਪਛਤਾ ਰਿਹਾ ਸੀ ਔਰ ਉਹਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਜਿਹੜਾ ਕਪੂਰ ਸਿੰਘ ਹੈ ਉਹੀ ਉਹਦਾ ਪਤਾ ਲੈਣ ਦੇ ਲਈ ਆਇਆ ਆ। ਉਸ ਸਮੇਂ ਜਿਹੜਾ ਹੈ ਦਰਬਾਰਾ ਉਹਦੇ ਨਾਲ ਜਦੋਂ ਗੱਲ ਕਰਦਾ ਆ ਕਿ ਉਹਦੇ ਪਿਛਲੇ ਪੈਸੇ ਵੀ ਦੇਣ ਵਾਲੇ ਰਹਿੰਦੇ ਆ ਤਾਂ ਉਸ ਸਮੇਂ ਇਹ ਸ਼ਬਦ ਜਿਹੜੇ ਕਪੂਰ ਸਿੰਘ ਦਰਬਾਰੇ ਨੂੰ ਬੋਲਦਾ ਆ ਕਿ ਪੈਸੇ ਜਿਹੜੇ ਆ ਉਹ ਨਾਲ ਨਹੀਂ ਜਾਂਦੇ ਕਿਸੇ ਦੇ ਵੀ, ਸਿਰਫ ਬੰਦਾ ਇੱਥੋਂ ਰਿਸ਼ਤੇ ਹੀ ਕਮਾ ਕੇ ਲੈ ਕੇ ਜਾਂਦਾ ਆ। ਇਸ ਕਰਕੇ ਪਹਿਲਾਂ ਉਹ ਤਕੜਾ ਹੋਵੇ, ਪੈਸੇ ਬਾਅਦ ਦੇ ਵਿੱਚ ਆਉਂਦੇ ਰਹਿਣਗੇ। ਠੀਕ ਹੈ, ਸੋ ਇਹ 17 ਜਿਹੜੀਆਂ ਆ ਕਪੂਰ ਸਿੰਘ ਨੇ ਦਰਬਾਰੇ ਨੂੰ ਬੋਲੀਆਂ ਆ। ਕਿਸ ਨੂੰ ਤਕੜਾ ਹੋਣ ਲਈ ਕਿਹਾ ਗਿਆ ਹੈ ਤੇ ਕਿਉਂ? ਇਹਦੇ ਵਿੱਚ ਬੇਟਾ ਤੁਸੀਂ ਦੱਸਣਾ ਆ ਕਿ ਇਹਦੇ ਵਿੱਚ ਜਿਹੜਾ ਹੈ ਦਰਬਾਰੇ ਨੂੰ ਤਕੜਾ ਹੋਣ ਦੇ ਲਈ ਕਿਹਾ ਗਿਆ ਹੈ ਕਿਉਂਕਿ ਦਰਬਾਰੇ ਦੀ ਹਾਲਤ ਜਿਹੜੀ ਹੈ ਉਹ ਕਾਫੀ ਮਾੜੀ ਸੀ। ਤੁਸੀਂ ਨਾ ਜਿਹੜਾ ਹੈ ਦਰਬਾਰੇ ਬਾਰੇ ਥੋੜਾ ਜਿਹਾ ਦੱਸੋਗੇ ਕਿ ਦਰਬਾਰੇ ਦੀ ਜਿਹੜੀ ਹਾਲਤ ਹੈ ਉਹ ਕਿਹੋ ਜਿਹੀ ਹੋ ਗਈ ਸੀ। ਰਾਜੇ ਦੇਖੋ ਤੁਹਾਡੀ ਬੁੱਕ ਦੇ ਵਿੱਚ ਨਾ ਦੱਸਿਆ ਹੋਇਆ ਆ ਕਿ ਜਦੋਂ ਦਰਬਾਰਾ ਉਹਦਾ ਹਾਲ ਚਾਲ ਪੁੱਛਣ ਦੇ ਲਈ ਗਿਆ ਸੀ, ਆਹ ਦੇਖੋ
ਦਰਬਾਰੇ ਦੇ ਘਰ ਅੰਦਰ ਗਿਆ, ਵਿਹੜੇ ਵਿੱਚ ਕੰਧ ਦੀ ਉਹ ਨਾਲ ਧੁੱਪੇ ਦਰਬਾਰੇ ਦਾ ਮੰਜਾ ਸੀ। ਕਪੂਰ ਸਿੰਘ ਨੇ ਜਦ ਦਰਬਾਰੇ ਵੱਲ ਦੇਖਿਆ ਤਾਂ ਉਹ ਖੜੇ ਦਾ ਖੜਾ ਰਹਿ ਗਿਆ। ਸੁੱਕ ਕੇ ਪਿੰਜਰ ਬਣਿਆ ਸਰੀਰ, ਕਾਲਾ ਧੂਏ ਵਰਗਾ ਰੰਗ, ਅੰਦਰ ਨੂੰ ਧੱਸੀਆਂ ਹੋਈਆਂ ਅੱਖਾਂ ਤੇ ਦਰਬਾਰੇ ਦੀ ਨਿਆਣੀ ਟੱਪਰੀ। ਠੀਕ ਹੈ, ਸੋ ਇਹ 'ਚ ਤੁਸੀਂ ਦੱਸਣਾ ਆ ਕਿ ਦਰਬਾਰੇ ਦੇ ਕੀ ਹਾਲਤ ਸੀ ਜਦੋਂ ਕਪੂਰ ਸਿੰਘ ਉਹਨੂੰ ਵੇਖਣ ਦੇ ਲਈ ਗਿਆ ਸੀ। ਦਰਬਾਰੇ ਦੀ ਹਾਲਤ ਕਾਫੀ ਮਾੜੀ ਸੀ ਕਿਉਂਕਿ ਉਹਨੂੰ ਨਮੂਨੀਆ ਹੋ ਗਿਆ ਸੀ। ਅਗਰ ਜੀ 'ਚ ਦੇਖੋ, ਇੱਥੇ ਲਿਖਿਆ ਹੋਇਆ ਕਿ ਉਹਨੂੰ ਨਮੂਨੀਆ ਹੋ ਗਿਆ ਸੀ, ਠੰਡ ਲੱਗੀ ਸੀਗੀ, ਉਹਨੂੰ ਨਮੂਨੀਆ ਹੋ ਗਿਆ ਸੀ। ਠੀਕ ਹੈ, ਉਹਦਾ ਜਿਹੜਾ ਹੈ ਸਰੀਰ ਸੁੱਕ ਕੇ ਪਿੰਜਰ ਹੋ ਚੁੱਕਾ ਸੀ, ਰੰਗ ਉਹਦਾ ਕਾਲਾ ਧੂਏ ਵਰਗਾ, ਅੱਖਾਂ ਉਹਦੀਆਂ ਅੰਦਰ ਨੂੰ ਧੱਸ ਚੁੱਕੀਆਂ ਸੀ। ਔਰ ਇਹ ਸਾਰੀ ਜਿਹੜੀ ਹਾਲਤ ਦੇਖ ਕੇ ਕਪੂਰ ਸਿੰਘ ਹੈਰਾਨ ਰਹਿ ਗਿਆ ਸੀ ਦਰਬਾਰੇ ਨੂੰ ਕਿ ਜਿਹੜਾ ਉਹਦੀ ਕਮਜ਼ੋਰੀ ਕਰਕੇ ਸਰੀਰ ਉਹਦੇ ਦਾ ਕੀ ਹਾਲ ਬਣਿਆ ਹੋਇਆ ਹੈ। ਸੋ ਇਹ ਤੁਸੀਂ ਨਾਲ ਲਿਖੋਗੇ। ਤੇ ਇਹ ਤਕੜਾ ਹੋਣ ਲਈ ਕਿਹਾ ਗਿਆ ਹੈ ਤੇ ਕਿਉਂ ਕਿਹਾ ਗਿਆ? ਕਿਉਂਕਿ ਦਰਬਾਰੇ ਦੀ ਹਾਲਤ ਜਿਹੜੀ ਆ ਉਹ ਕਾਫੀ ਮਾੜੀ ਸੀ ਉਸ ਸਮੇਂ। ਉਹਦਾ ਸਰੀਰ ਜਿਹੜਾ ਆ ਸੁੱਕ ਕੇ ਪਿੰਜਰ ਹੋ ਚੁੱਕਾ ਸੀ। ਕਪੂਰ ਸਿੰਘ ਉਹਦੇ ਹਾਲਾਤ ਦੇਖ ਕੇ ਹੈਰਾਨ ਸੀ। ਔਰ ਦੂਸਰੀ ਗੱਲ ਇਹ ਆ ਕਿ ਉਸ ਸਮੇਂ ਦਰਬਾਰੇ ਕੋਲ ਆਪਣਾ ਇਲਾਜ ਕਰਵਾਉਣ ਦੇ ਲਈ ਇੱਕ ਵੀ ਪੈਸਾ ਨਹੀਂ ਸੀ। ਜਦੋਂ ਕਪੂਰ ਸਿੰਘ ਉਹਨੂੰ ਪੁੱਛਦਾ ਹੈ ਨਾ ਕਿ ਇਲਾਜ ਕਿਹਦਾ ਚੱਲਦਾ ਪਿਆ ਹੈ, ਤਾਂ ਉਸ ਸਮੇਂ ਦਰਬਾਰਾ ਕੀ ਕਹਿੰਦਾ ਕਿ ਕਿਹਦਾ ਚੱਲਣਾ, ਇਲਾਜ ਤਾਂ ਘਰਾਂ ਦੇ ਹੀ ਨੇ। ਸੋ ਉਸ ਸਮੇਂ ਕਪੂਰ ਸਿੰਘ ਜਿਹੜਾ ਆ ਉਹਦੀ ਜੇਬ ਦੇ ਵਿੱਚ 10 ਰੁਪਏ ਦਾ ਨੋਟ ਪਾਉਂਦਾ ਆ ਤੇ ਨਾਲ ਕਹਿੰਦਾ ਕਿ ਉਹਦੇ ਲਈ ਡਾਕਟਰ ਵੀ ਭੇਜੇਗਾ, ਕਿਉਂਕਿ ਉਸ ਸਮੇਂ ਦਰਬਾਰੇ ਦੇ ਕੋਲ ਨਾ ਤਾਂ ਇਲਾਜ ਜੋਗੇ ਪੈਸੇ ਸੀ ਤੇ ਦੂਸਰਾ ਉਹਨੇ ਹਜੇ ਤੱਕ ਕਪੂਰ ਸਿੰਘ ਦੇ ਪੈਸੇ ਦਿੱਤੇ ਵੀ ਨਹੀਂ ਸੀ ਜਿਹੜੇ 2 ਕਿਸ਼ਤਾਂ ਵਿੱਚ ਦੇਣੇ ਸੀ। ਇਸ ਕਰਕੇ ਉੱਪਰੋਂ ਉਹਨੇ ਕੁੜੀ ਦਾ ਵਿਆਹ ਵੀ ਧਰਿਆ ਹੋਇਆ ਸੀ। ਇਸ ਕਰਕੇ ਉਹਦੀਆਂ ਅੱਖਾਂ ਦੇ ਵਿੱਚ ਪਛਤਾਵਾ ਸੀ, ਆਪਣੀ ਕੀਤੀ ਗਲਤੀ ਦਾ ਜਿਹੜਾ ਹੈ ਅਹਿਸਾਸ ਸੀ। ਇਸ ਕਰਕੇ ਜਿਹੜਾ ਹੈ ਜਦੋਂ ਦਰਬਾਰਾ ਨੂੰ ਕਹਿੰਦਾ ਹੈ ਨਾ ਕਿ ਮੈਂ ਤਾਂ ਤੇਰੇ ਹਜੇ ਪਿਛਲੇ ਪੈਸੇ ਵੀ ਦੇਣੇ ਆ, ਅੱਗੋਂ ਉਹ ਹੋਰ ਕਪੂਰ ਸਿੰਘ ਨੂੰ ਹੋਰ 10 ਰੁਪਏ ਦੇ ਰਿਹਾ ਸੀ, ਤਾਂ ਉਸ ਸਮੇਂ ਜਿਹੜਾ ਹੈ ਇਹਨੂੰ ਜਿਹੜਾ ਦਰਬਾਰੇ ਨੂੰ ਤਕੜਾ ਹੋਣ ਦੇ ਲਈ ਕਿਹਾ ਗਿਆ ਆ ਤਾਂ ਕਿ ਦਰਬਾਰਾ ਜਿਹੜਾ ਆ ਪਹਿਲਾਂ ਠੀਕ ਹੋਵੇ, ਤੰਦਰੁਸਤ ਹੋਵੇ, ਕਿਉਂਕਿ ਜੇਕਰ ਸਰੀਰ ਬਚਿਆ ਰਹੇਗਾ ਤਾਂ ਆਪਣੇ ਆਪ ਹੀ ਸਾਰਾ ਕੁਝ ਠੀਕ ਹੋ ਜਾਵੇਗਾ। ਕਿਉਂਕਿ ਦਰਬਾਰੇ ਨੂੰ ਨਮੂਨੀਆ ਹੋ ਗਿਆ ਸੀ ਤੇ ਸਰੀਰ ਉਹਦਾ ਸੁੱਕ ਕੇ ਪਿੰਜਰ ਬਣਿਆ ਹੋਇਆ ਸੀ। ਵਾਰਤਾਲਾਪ ਕਰਨ ਵਾਲੇ ਦਾ ਸੁਭਾਅ, ਇਹਦੇ ਵਿੱਚ ਬੇਟਾ ਵਾਰਤਾਲਾਪ ਕਰਨ ਵਾਲਾ ਕਪੂਰ ਸਿੰਘ ਆ। ਠੀਕ ਹੈ, ਕਪੂਰ ਸਿੰਘ ਦਾ ਸੁਭਾਅ ਕਿਹੋ ਜਿਹਾ ਸੀ? ਇਹਦੇ ਵਿੱਚ ਜਿਹੜੇ ਤਾਂ ਪੁਆਇੰਟ ਬੇਟਾ ਤੁਹਾਡੀ ਬੁੱਕ ਦੇ ਵਿੱਚ ਲਿਖੇ ਹੋਏ ਆ, ਉਸ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਪੁਆਇੰਟ ਲਿਖ ਸਕਦੇ ਹੋ? ਦੇਖੋ ਇਹ 'ਚ ਨਾ ਤੁਹਾਡੀ ਬੁੱਕ ਦੇ ਵਿੱਚ ਲਿਖਿਆ ਹੋਇਆ ਆ ਮਾਇਕ ਤੌਰ 'ਤੇ ਕਮਜ਼ੋਰ, ਮਾਇਕ ਮਤਲਬ ਪੈਸਿਆਂ ਵੱਲੋਂ ਤੰਗ। ਜੇ ਤੁਸੀਂ ਮਾਇਕ ਤੌਰ 'ਤੇ ਨਹੀਂ ਲਿਖਣਾ ਤਾਂ ਲਿਖ ਸਕਦੇ ਹੋ ਪੈਸਿਆਂ ਵੱਲੋਂ ਤੰਗ ਸੀ। ਸਮਝਦਾਰ ਇਨਸਾਨ ਸੀ ਕਿਉਂਕਿ ਉਹਨੇ ਰਿਸ਼ਤੇ ਨੂੰ ਬਚਾਉਣ ਦੇ ਲਈ ਦਰਬਾਰੇ ਨੂੰ ਬਾਰ-ਬਾਰ ਮਿੰਨਤਾਂ ਤਰਲੇ ਪਾਏ ਸੀ। ਠੀਕ ਹੈ, ਕਿਸੇ ਦੀ ਜ਼ਿਆਦਤੀ ਨਾ ਬਰਦਾਸ਼ਤ, ਜਾਤੀ ਮਤਲਬ ਵਧੀਕੀ ਕੋਈ ਬਰਦਾਸ਼ਤ ਨਹੀਂ ਸੀ ਹੋਈ ਜਦੋਂ ਦਰਬਾਰੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਹੋਈਆਂ ਸੀ। ਠੀਕ ਹੈ, ਸੰਯਮ ਦੇ ਨਾਲ ਕੰਮ ਲੈਣ ਵਾਲਾ, ਸਬਰ ਸੰਤੋਖ ਵਾਲਾ ਸੀ, ਪਿਆਰ ਦੇ ਨਾਲ ਭਰਿਆ ਹੋਇਆ। ਠੀਕ ਹੈ, ਫਿਰ ਤੁਸੀਂ ਚ ਲਿਖ ਸਕਦੇ ਹੋ ਦਰਬਾਰੇ ਦੀਆਂ ਤਰਲੇ ਮਿੰਨਤਾਂ ਕਰਨ ਵਾਲਾ। ਠੀਕ ਹੈ, ਫਿਰ ਦਰਬਾਰੇ ਦੀ ਮਦਦ ਕਰਨ ਵਾਲਾ, ਇਹ ਪੁਆਇੰਟ ਤੁਸੀਂ ਨਾਲ ਐਡ ਕਰ ਸਕਦੇ ਹੋ ਕਿ ਉਹਨੇ ਮਦਦ ਵੀ ਕੀਤੀ ਸੀ। ਠੀਕ ਹੈ, ਉਹਨੇ ਸਬਰ ਤੋਂ ਕੰਮ ਲਿਆ ਸੀ, ਉਹਨੇ ਉਹਦੇ ਤਰਲੇ ਮਿੰਨਤਾਂ ਵੀ ਪਾਏ ਸੀ। ਠੀਕ ਹੈ, ਇਸ ਤਰ੍ਹਾਂ ਤੁਸੀਂ ਜਿਹੜੇ ਆ ਇਹ ਕੁਐਸਚਨਸ ਬਣਾਉਣੇ ਆ। ਇਸ ਤੋਂ ਇਲਾਵਾ ਰਾਜੇ ਇਹਦੇ ਜਿਹੜੇ ਹੋਰ ਇੰਪੋਰਟੈਂਟ ਕੁਐਸਚਨਸ ਆ ਉਹ ਤੁਹਾਨੂੰ ਨਾਲ ਮਿਲ ਜਾਣਗੇ ਲਿੰਕ ਦੇ ਵਿੱਚ। ਠੀਕ ਹੈ, ਇਹ ਸਾਰੇ ਇੰਪੋਰਟੈਂਟ ਕੁਐਸਚਨ ਆ ਜਿਹੜੇ ਕਿ ਬੋਰਡ ਦੇ ਲਹਿਜ਼ੇ ਤੋਂ ਹਮੇਸ਼ਾ ਪੇਪਰਾਂ ਦੇ ਵਿੱਚ ਆਉਂਦੇ ਰਹਿੰਦੇ ਆ। ਠੀਕ ਹੈ, ਸੋ ਇਹ ਤੁਸੀਂ ਨਾਲ ਰੀਡ ਆਊਟ ਕਰ ਲੈਣੇ ਆ ਤਾਂ ਕਿ ਤੁਹਾਡਾ ਪੂਰਾ ਚੈਪਟਰ ਜਿਹੜਾ ਆ ਉਹ ਤਿਆਰ ਹੋ ਜਾਵੇ। ਠੀਕ ਹੈ, ਇਸ ਤੋਂ ਇਲਾਵਾ ਜੇ ਹੋਰ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਆ। ਠੀਕ ਹੈ, ਇਹ ਸਾਰੇ ਕੁਐਸਚਨ ਜਿਹੜੇ ਆ ਉਹ ਤੁਹਾਨੂੰ ਮਿਲ ਜਾਣਗੇ, ਸਾਰੇ ਲਿਖੇ ਹੋਏ ਆ। ਓਕੇ, ਥੈਂਕ ਯੂ।